ਸਾਧ ਸੰਗਤ ਜੀ, ਅੱਜ ਮੈਂ ਤੁਹਾਡਾ ਧਿਆਨ ਗੁਰੂ ਨਾਨਕ ਦੇ ਉਪਦੇਸ਼ ਵੱਲ, ਗੁਰੂ ਨਾਨਕ ਦਾ ਸੰਸਾਰ ਤੇ ਆਉਣਾ ਕਿਸ ਮਕਸਦ ਲਈ ਆਏ ਸੀ? ਵੱਟਾਂ ਪਾਉਣ ਵਾਸਤੇ ਜਾਂ ਵੱਟਾਂ ਨੂੰ ਗਰਾਉਣ ਵਾਸਤੇ? ਰੱਬ ਨੇ ਇਨਸਾਨ ਬਣਾਇਆ ਸ਼ੈਤਾਨ ਨੂੰ। ਇਸ ਵਜ੍ਹਾ ਕਰਕੇ ਅੱਜ ਤੁਸੀਂ ਸਾਰੇ ਪਹਿਲਾਂ ਦਾਸ ਬੋਲੂਗਾ, ਫਿਰ ਤੁਸੀਂ ਸਾਰੇ ਉਚਾਰਨ ਕਰੋ ਜੋ ਗੁਰੂ ਨਾਨਕ ਦਾ ਉਪਦੇਸ਼। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਹਿੰਦੂ ਮੁਸਲਮ ਸਿੱਖ ਈਸਾਈ, ਹਿੰਦੂ ਮੁਸਲਮ ਸਿੱਖ ਈਸਾਈ, ਹਿੰਦੂ ਮੁਸਲਮ ਸਿੱਖ ਈਸਾਈ, ਹਿੰਦੂ ਮੁਸਲਮ ਸਿੱਖ ਈਸਾਈ। ਹਿੰਦੂ ਮੁਸਲਮ ਸਿੱਖ ਈਸਾਈ, ਹਿੰਦੂ ਮੁਸਲਮ ਸਿੱਖ ਈਸਾਈ। ਹਿੰਦੂ ਮੁਸਲਮ ਸਿੱਖ ਈਸਾਈ, ਹਿੰਦੂ ਮੁਸਲਮ ਸਿੱਖ ਈਸਾਈ। ਸਭ ਦਾ ਸਾਹਿਬ ਏਕੋ ਹੈ, ਏਕੋ ਹੈ ਬਈ ਏਕੋ ਹੈ। ਸਭ ਦਾ ਸਾਹਿਬ ਏਕੋ ਹੈ, ਏਕੋ ਹੈ ਬਈ ਏਕੋ ਹੈ। ਅੱਲਾ ਰਾਮ ਵਾਹਿਗੁਰੂ ਗੋਡ, ਅੱਲਾ ਰਾਮ ਵਾਹਿਗੁਰੂ ਗੋਡ। 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 ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਸਿੱਧਾ ਨੇ ਪ੍ਰਸ਼ਨ ਕੀਤਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕਿ ਤੁਸੀਂ ਵੇਦਾਂ ਵਿੱਚ ਸਾਰੀ ਜਗ੍ਹਾ ਓਮ ਅਕਸ਼ਰ ਆਇਆ। ਓਮ ਦਾ ਮਤਲਬ ਹੈ ਭਿੰਨ ਭਿੰਨ ਸ਼ਕਤੀਆਂ। ਜਿਸ ਤਰ੍ਹਾਂ ਬ੍ਰਹਮਾ ਜੀ, ਵਿਸ਼ਨੂੰ ਜੀ, ਸ਼ਿਵ ਜੀ ਮਹਾਰਾਜ, ਇਹ ਭਿੰਨ ਭਿੰਨ ਸ਼ਕਤੀਆਂ ਸੰਸਾਰ ਦੀ ਰਚਨਾ ਕਰ ਰਹੀਆਂ। ਸ੍ਰੀ ਜਪਜੀ ਸਾਹਿਬ ਦੇ ਵੀ ਸਤਿਗੁਰੂ ਫਰਮਾਨ ਕਰਦੇ ਆ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਵਾਰ। ਇੱਕ ਸੰਸਾਰ ਨੂੰ ਰੋਜੀ ਦਿੰਦਾ, ਦੂਸਰਾ ਸੰਸਾਰ ਨੂੰ ਪੈਦਾ ਕਰਦਾ, ਤੇ ਤੀਸਰਾ ਲੈਤਾ ਕਰਦਾ। ਸਿੱਧਾ ਨੇ ਪ੍ਰਸ਼ਨ ਕੀਤਾ ਕਿ ਤੁਸੀਂ ਜਿਹੜਾ ਓਮ ਅਕਸ਼ਰ ਦੇ ਅੱਗੇ ਏਕਾ ਲਾਇਆ, ਇਹ ਕਿਉਂ ਲਾਇਆ?
ਸਤਿਗੁਰੂ ਹੱਸ ਪਏ, ਕਹਿਣ ਲੱਗੇ ਸਿੱਧੋ, ਬ੍ਰਹਮਾ ਵਿਸ਼ਨੂੰ ਸ਼ਿਵ ਨੂੰ ਪੈਦਾ ਕਰਨ ਵਾਲਾ ਜੋ ਇੱਕ ਹੈ, ਸਤਿਗੁਰੂ ਆਪਣੇ ਬਾਰੇ ਦੱਸ ਰਹੇ ਆ। ਇੱਥੇ ਤੁਹਾਨੂੰ ਮਤ ਗੁਰੂ ਨਾਨਕ ਦਾ ਰਿਹਾ ਹੀ ਨਹੀਂ। ਕਿਸੇ ਗੁਰਦੁਆਰੇ ਦੇ ਵਿੱਚ ਦੇਖ ਲਓ, ਕਿਸੇ ਮੰਦਿਰ ਦੇ ਵਿੱਚ ਦੇਖ ਲਓ, ਚਰਚ ਵਿੱਚ ਵੇਖ ਲਓ, ਨਫ਼ਰਤ ਦਾ ਪ੍ਰਚਾਰ, ਸਾਡੇ ਧਰਮ ਵਿੱਚ ਆਓ, ਸਾਡਾ ਧਰਮ ਉੱਚਾ ਹੈ। ਈਸਾਈ ਮਤ ਦੇ ਲੋਕ ਵੀ ਇਹ ਕਹਿੰਦੇ ਯਿਸੂ ਹੀ ਪਰਮੇਸ਼ਰ ਦਾ ਪੁੱਤਰ ਹੋਇਆ, ਹੋਰ ਕੋਈ ਹੋਇਆ ਨਹੀਂ। ਜਦੋਂ ਕਿ ਬਾਣੀ ਕਹਿੰਦੀ ਏਕ ਪਿਤਾ ਏਕ ਸਕੇ ਹਮ ਬਾਰਿਕ, ਪਿਤਾ ਇੱਕੋ ਹੀ ਹੈ। ਜਿਸ ਦਾ ਗੁਰੂ ਨਾਨਕ ਸਾਹਿਬ ਨੇ ਜ਼ਿਕਰ ਕੀਤਾ, ਇੱਕ ਓੰਕਾਰ, ਇੱਕ ਤੋਂ ਸਾਰਾ ਸੰਸਾਰ ਪੈਦਾ ਹੋਇਆ। ਜਦੋਂ ਪਰਮੇਸ਼ਰ ਨੇ ਕਿਹਾ ਏਕੋ ਹੂੰ ਬਹੁ ਸਿਆਮ, ਮੈਂ ਇੱਕ ਤੋਂ ਅਨੇਕ ਹੋ ਜਾ, ਤੇ ਫਿਰ ਇਹ ਸ਼ਕਤੀਆਂ ਪੈਦਾ ਹੋ ਗਈਆਂ, ਸੰਸਾਰ ਪੈਦਾ ਹੋ ਗਿਆ। एक की गिनती बड़ी दो चार हो गया, दो चारों की गिनती बड़ी हजार हो गया, हजारों की गिनती बड़ी संसार हो गया, संसार पापों में जलने लगा तो अंधार हो गया, अंधार मिटने के लिए गुरु नानक निरंकार हो गया। ਗੁਰੂ ਨਾਨਕ ਆਇਆ ਸੀ ਭੇਦ ਭਾਵ ਭੁਲੇਖੇ ਦੂਰ ਕਰਨ ਵਾਸਤੇ, ਭੁਲੇਖੇ ਪਾਉਣ ਵਾਸਤੇ ਨਹੀਂ ਆਇਆ ਸੀ। ਗੁਰੂ ਨਾਨਕ ਨੂੰ ਨਮਸਕਾਰ ਕਰ ਦਿਓ, 10 ਪਾਤਸ਼ਾਹੀਆਂ ਨੂੰ ਨਮਸਕਾਰ ਹੋ ਜਾਂਦੀ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਹੋ ਜਾਂਦੀ ਹੈ। ਅਸੀਂ ਲੋਕ ਕੀ ਕਰਦੇ ਹਾਂ, ਅਸੀਂ ਅਲੱਗ-ਅਲੱਗ ਗੁਰਦੁਆਰੇ ਵੀ ਆ ਸਾਡੇ, ਅਲੱਗ-ਅਲੱਗ ਨਾਵਾਂ ਦੇ ਉੱਤੇ ਬਣਾਏ ਹੋਏ ਆ। ਕੋਈ ਕਹਿੰਦਾ ਮੈਂ ਕਬੀਰ ਪੰਥੀ ਆ, ਕੋਈ ਕਹਿੰਦਾ ਮੈਂ ਕਿਸੇ ਭਗਤ ਦਾ ਚੇਲਾ ਮੈਂ, ਕੋਈ ਕਹਿੰਦਾ ਕਿਸੇ ਦਾ ਚੇਲਾ। ਸਭ ਆਪੋ ਆਪਣੇ ਮਤ ਚਲਾ ਕੇ ਬੈਠੇ ਆ। ਜਾਓ ਜਾਓ ਤਨਕ ਸਿੰਧ ਕੋ ਪਾਇਓ, ਆਪਨ ਹੀ ਬਸਰਾ ਚਲਾਇਓ, ਕਰ ਕਰ ਹੋਏ ਬਹਿੰਗ ਰਾਮਾ, ਤੇਰੇ ਤੇ ਏਕ ਨਾ ਸਾਰੇ ਕੰਮ। ਕਈ ਭੂਤਾਂ ਪ੍ਰੇਤਾਂ ਦਾ ਕੰਮ ਚਲਾ ਕੇ ਬੈਠੇ ਆ। ਉਹ ਬਾਬਾ ਸਿੱਧ ਬਾਬਾ ਬਾਲਕਨਾਥ ਦੀ ਫੋਟੋ ਲਾ ਕੇ ਬੈਠਾ। ਕੀ ਸਿੱਧ ਬਾਬਾ ਬਾਲਕਨਾਥ ਭੂਤਾਂ ਦਾ ਕੰਮ ਕਰਦਾ ਸੀ? ਆਪੋ ਆਪਣੀ ਬੁੱਧੀ ਮੁਤਾਬਕ ਦੁਨੀਆ ਨੂੰ ਠੱਗਿਆ ਕਿਸ ਤਰ੍ਹਾਂ ਜਾਵੇ, ਦੁਨੀਆ ਨੂੰ ਪੁੱਠੇ ਰਾਹ ਕਿਸ ਤਰ੍ਹਾਂ ਪਾਇਆ ਜਾਵੇ। ਸ਼ੈਤਾਨ ਦੀ ਨੀਤੀ। ਪਰਮੇਸ਼ਰ ਨੇ ਪਹਿਲਾ ਬੰਦਾ ਬਾਬਾ ਆਦਮ ਪੈਦਾ ਕੀਤਾ। ਉਹਦੇ ਵਾਸਤੇ ਖਾਣ ਵਾਸਤੇ ਚੀਜ਼ ਵਸਤ ਆਪ ਲੈ ਕੇ ਆਉਂਦਾ ਸੀ ਕਿ ਮੇਰਾ ਪੁੱਤਰ ਹੈ। ਪੁੱਤਰ ਨੂੰ ਹਮੇਸ਼ਾ ਹੀ ਬਾਪ ਖੁਸ਼ ਰੱਖਣ ਦੀ ਖਾਤਰ ਜਾਇਦਾਦ ਬਣਾਉਂਦਾ ਜਾਂ ਹੋਰ ਕੁਝ ਕਰਦਾ। ਉਦਾਸ ਰਹਿੰਦਾ ਸੀ। ਰੱਬ ਨੇ ਸੋਚਿਆ ਵੀ ਮੈਂ ਇਹਦੇ ਵਾਸਤੇ, ਇਹਨੂੰ ਖੁਸ਼ ਰੱਖਣ ਵਾਸਤੇ ਕੋਈ ਹੋਰ ਚੀਜ਼ ਵੀ। ਫਿਰ ਮਾਈ ਹਵਾ ਪੈਦਾ ਕੀਤੀ। ਕੋਈ ਦੋਏ ਜਣੇ ਚਲੋ ਆਪਸ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਨਗੇ। ਕੁਝ ਦਾਇਰਾ, ਕੁਝ ਵਰਜਿਤ ਫਲ, ਇਹ ਸਾਰੇ। ਔਰ ਦੱਸਿਆ ਵੀ ਆਹ ਚੀਜ਼ਾਂ ਨਹੀਂ ਖਾਣੀਆਂ ਤੁਸੀਂ। ਇੱਕ ਦਿਨ ਸ਼ੈਤਾਨ ਆਇਆ, ਕਹਿਣ ਲੱਗਾ ਤੁਸੀਂ ਆਏ ਬੈਠੇ ਰਹਿੰਦੇ ਆ, ਤੁਹਾਡੀ ਬੁੱਧੀ
शैतान का काम है पुठे पासे लाउणा। थोड़ा प्यो इत्थे किहड़ा देखदा, ਆਪਾਂ भी कह दिंदे इत्थे किहड़ा रब वेखदा। सिखां ने गुरुद्वारे विच रब सीमित करता, हिंदुओं ने मंदिर दे विच करता, मुसलमाना ने मसीत दे विच करता, ईसाइयां ने चर्च दे विच करता, जदों कि रब सर्व व्यापक है। बाणी विच सतगुरु जिक्र करते हैं, घट घट में हर जू बसै, संतन कहो पुकार। एक संत की बिरती है जिहड़े कि ਇਹਦਾ मैं जिक्र तां कर रहा। धन धन बाबा नंद सिंह जी महाराज झंग मुघियाणे टिब्बे दे उत्ते आसन लाया ते बाबा जी को संगत आई ते बचन करते सी। बचन करदे इतने नूं एक सप आया, बड़ा भारी सप। वो कोले आके खड़ गया। सेवादार उन्होंने मारन वास्ते कुछ हथियार लैण वास्ते भजे। बाबा जी ने इशारा किया, नहीं इनू मारना नहीं है। रुक गए। वो देखता रहा सप। देखने तो बाद फिर वो बाबा जी ने इशारा किया, वो तुर गया, चला गया। कहने लगे बाबा जी बड़ा खतरनाक सप सी, तुसी तो नहीं डरे, साडा तो दिल आ संगत नूं पुछो किवें दिल तक तक करदा सी। बाबा जी कहने लगे तुसी इहनूं जे मार दिंदे 10 दिन इन्हां दे घर दे विच सोग पैना सी। बाबा नंद सिंह जी महाराज जीव हत्या के बहुत खिलाफ सी। कहने लगे नहीं किसी नूं मारना नहीं। कहने लगे तुसी इहनूं मार दिंदे 10 दिन इन्हां दे घरे सोग पैना सी। फिर जिहड़ी इहदी औलाद सी सपोड़ गए, फिर उन्होंने सौफा खाणियां सी कि साडे बाप दा इहने कतल कीता। जिहड़े जिहड़े लोगों ने सोटी भी मारी, कुछ किया भी आपां उन्हां दा बदला लईए, फिर तुहाडे आके वो सपोड़ गए, वड्डे होके लड़ने सी तुहाडे नाल। मैं लड़ाई खत्म की। हत्थ दे विच गेंद फड़ के तुसीं कंध दे विच मारो, मुड़ के तुहाडे कोल आ जाऊ। तुसीं किसी दा बुरा तकदे आ, बुरा सोचते हैं, वो बुरा तुहाडा ही हो जाना। ये बाबा जी का उपदेश सी। बाबा जी ने बड़ा उपदेश दिता। कहने लगे ना कोई जीव हत्या नहीं करनी। उन्होंने कहो भी जा अपना रास्ता ना, लड़ाई ਵਧਾਉਣੀ नहीं। गुरु नानक ने उपदेश दिता सिद्धो, एका में ताल आया, लोग भिन्न भिन्न शक्तियां की पूजा करते हैं। मैं शक्तियां नूं बनाउण वाले की पूजा करदा। शैतान ने अपने मगर ला के बाबे आदम ते माई हवा नूं वो वर्जित चीज़ां जिहड़ियां सीगियां, पिता वालों हुक्म सी, परमेश्वर वालों हुक्म सी, वो खुआ दियां। वो खुआ के वो चला गया। परमेश्वर आया उन्होंने वास्ते भोजन पानी लैके। परमेश्वर ने आवाज मारी, आदम लो भोजन छको। वो दोनों जने
ਕੇਲਿਆਂ ਦੇ ਪੱਤੇ ਲਪੇਟ ਕੇ ਲੱਕ ਤੇ ਬਾਹਰ ਆਏ ਤੇ ਘਰ ਨੂੰ ਪੁੱਛਿਆ, ਕਹਿਣ ਲੱਗੋ ਜਿਹੜੀਆਂ ਚੀਜ਼ਾਂ ਮੈਂ ਵਰਜਿਤ ਕੀਤੀਆਂ ਤੁਸੀਂ ਖਾਧੀਆਂ ਤਾਂ ਨਹੀਂ ਕਿਤੇ? ਬਾਬਾ ਆਦਮ ਕਹਿੰਦਾ ਜੀ ਮੈਨੂੰ ਮਾਈ ਹਵਾ ਨੇ ਕਿਹਾ ਸੀ। ਕਿਉਂ ਹਵਾ? ਤੂੰ ਮੇਰੇ ਪੁੱਤਰ ਨੂੰ ਗਲਤ ਪਾਸੇ ਲਾਇਆ। ਮਾਈ ਹਵਾ ਕਹਿਣ ਲੱਗੀ ਜੀ ਮੈਨੂੰ ਸ਼ੈਤਾਨ ਨੇ ਕਿਹਾ ਸੀ, ਪਰਮੇਸ਼ਰ ਵੱਲੋਂ ਇੱਥੇ ਸਰਾਪ ਹੋ ਗਿਆ। ਉਹ ਆਦਮ ਤੈਨੂੰ ਬੈਠੇ ਬਿਠਾਏ ਨੂੰ ਮੈਂ ਭੋਜਨ ਦੇਣਾ ਸੀਗਾ, ਨਾਨਕਸਰ ਦੇ ਵਿੱਚ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਉਹ ਮਰਜ਼ਾਦਾ ਰੱਖੀ, ਉੱਥੇ ਬੈਠਿਆਂ ਬਿਠਾਏ ਨੂੰ ਭੋਜਨ ਆਉਂਦਾ। ਕਈ ਇੱਥੇ ਬੜਾ ਕਹਿੰਦੇ ਜੀ ਲੋਹ ਲੰਗਰ ਨਹੀਂ ਤਪਦੇ, ਫਲਾਨਾ ਨਹੀਂ, ਘਰਾਂ ਦੇ ਵਿੱਚ ਤਾਂ ਪੱਕਦੇ ਆ। ਸੰਗੀਆਂ ਦੇ ਘਰਾਂ ਵਿੱਚ ਲੋਹ ਲੰਗਰ ਤਪਦੇ ਆ, ਤਪਦੇ ਤਾਂ ਹੀ ਪ੍ਰਸ਼ਾਦਾ ਆਉਂਦਾ। ਪਰਮੇਸ਼ਰ ਦਾ ਹੁਕਮ ਸੀ ਮੈਂ ਤੈਨੂੰ ਬੈਠੇ ਬਿਠਾਏ ਨੂੰ ਭੋਜਨ। ਆਦਮ ਤੂੰ ਮੇਰੇ ਹੁਕਮ ਦੀ ਅਦੂਲੀ ਕੀਤੀ, ਤੈਨੂੰ ਹੁਣ ਕਿਰਤ ਕਰਕੇ ਭੋਜਨ ਦਾ ਪ੍ਰਬੰਧ ਕਰਨਾ ਪਊਗਾ। ਇਹ ਹਵਾ ਤੂੰ ਮੇਰੇ ਪੁੱਤਰ ਨੂੰ ਪੁੱਠੇ ਪਾਸੇ ਲਾਇਆ, ਇਸ ਵਜ੍ਹਾ ਕਰਕੇ ਤੈਨੂੰ ਤੂੰ ਆਪਣੇ ਢਿੱਡ ਦੇ ਵਿੱਚ ਕੋਈ ਗੱਲ ਨਹੀਂ ਪਹੁੰਚਾ ਸਕੀ। ਸ਼ੈਤਾਨ ਨੂੰ ਹੁਕਮ ਹੋ ਗਿਆ, ਸ਼ੈਤਾਨ ਤੂੰ ਸੱਪ ਦੀ ਜੂਨੀ ਵਿੱਚ ਆਵੇਂਗਾ, ਢਿੱਡ ਘਸਾ ਕੇ ਤੁਰੇਗਾ। ਇਹੀ ਲੋਕ ਤੈਨੂੰ ਮਾਰਨਗੇ, ਤੂੰ ਇਹਨਾਂ ਲੋਕਾਂ ਦੇ ਡੰਗ ਮਾਰੇਗਾ। ਪਰਮੇਸ਼ਰ ਵੱਲੋਂ ਹੁਕਮ ਹੋ ਗਿਆ। ਮੈਂ ਬੇਨਤੀ ਕਰ ਰਿਹਾ ਸੀ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜੋ ਉਪਦੇਸ਼ ਸੀ, ਹੁਣ ਤਾਂ ਜਿੰਨੇ ਗੁਰਦੁਆਰੇ ਉਹਨਾਂ ਵਿੱਚ ਜਿਹੜੀ ਪਾਤਸ਼ਾਹੀ ਉਸੇ ਨੂੰ ਅਰਦਾਸ ਹੈ ਤੇ ਉਸੇ ਸਭ ਗੁਰੂ ਨਾਨਕ ਨੂੰ ਤਾਂ ਭੁੱਲ ਗਏ, ਗੁਰੂ ਨਾਨਕ ਦੇ ਉਪਦੇਸ਼ ਨੂੰ ਭੁੱਲ ਗਏ। ਇੱਕ ਨਾਨਕਸਰ ਰਹਿ ਗਿਆ ਜਿੱਥੇ ਕਿ ਅਰਦਾਸ ਦੇ ਵਿੱਚ ਜਦੋਂ ਅਰਦਾਸ ਹੁੰਦੀ ਹੈ ਉਦੋਂ ਕਹਿੰਦੇ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ। ਜਿਹੜੀ ਅਰਦਾਸ ਹੈ ਗੁਰੂ ਨਾਨਕ ਦੇ ਅੱਗੇ ਹੋ ਰਹੀ ਹੈ। ਗੁਰੂ ਨਾਨਕ ਦਾ ਉਪਦੇਸ਼, ਉਹ ਕੀ ਉਪਦੇਸ਼ ਹੈ? ਜੇ ਹੁਣ ਕੋਈ ਵਿਅੰਗਮ ਉੱਠ ਕੇ ਆਪਣੀ ਮਨਮਤ ਵਰਤਦਾ, ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਗੁਰੂ ਨਾਨਕ ਦੀ ਮਰਜ਼ਾਦਾ ਰੱਖੀ। ਬਾਬਾ ਜੀ ਬਚਨ ਕਰਦੇ ਹੁੰਦੇ ਸੀ ਬਈ ਸਾਂਝੀ ਖੇਤ ਦੇ ਵਿੱਚ ਕੰਮ ਕਰਦਾ ਹੋਵੇ, ਟਾਈਮ ਸਿਰ ਉਹਦੀ ਰੋਟੀ ਨਾ ਪਹੁੰਚੇ, ਘਰ ਵਾਲੀ ਨੂੰ ਵੀ ਮੰਦਾ ਚੰਗਾ ਬੋਲਦਾ ਹੈ ਤੂੰ ਟਾਈਮ ਨਾਲ ਰੋਟੀ ਨਹੀਂ ਭੇਜੀ। ਕਹਿ ਲਗੇ ਜੇਕਰ ਤੁਸੀਂ ਰੱਬ ਦਾ ਕੰਮ ਕਰੋਗੇ, ਰੱਬ ਦੀ ਉਪਾਸਨਾ ਕਰੋਗੇ, ਇੱਕ ਦੀ ਉਪਾਸਨਾ ਕਰੋਗੇ, ਬੈਠਿਆਂ ਬਿਠਾਇਆ ਨੂੰ ਤੁਹਾਨੂੰ ਵੀ ਸ਼ਕਤੀ ਪਦਾਰਥ ਹੋਣਗੇ। ਮਿਸਾਲ ਦੇ ਤੌਰ ਤੇ ਤੁਸੀਂ ਨਾਨਕਸਰ ਕੱਲਾ ਇੱਥੇ ਨਹੀਂ, ਜਿੰਨੀਆਂ ਵੀ ਬ੍ਰਾਂਚਾਂ ਬਣਾਈ ਬੈਠੇ ਆ ਸਾਰਿਆਂ ਤੇ ਬਾਬਾ ਜੀ ਦਾ ਬਚਨ, ਗੁਰੂ ਨਾਨਕ ਦਾ ਬਚਨ ਚੱਲ ਰਿਹਾ, ਪਰਮੇਸ਼ਰ ਦਾ ਬਚਨ ਚੱਲ ਰਿਹਾ, ਬੈਠੇ ਬਿਠਾਏ ਭੋਜਨ ਆ ਰਿਹਾ। ਸੋ ਭਾਈ ਗੁਰਸਿੱਖੋ, ਇੱਕ ਪਰਮੇਸ਼ਰ ਦੀ ਪੂਜਾ
ਸਤਿਗੁਰੂ ਕਹਿੰਦੇ ਏਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ। ਇੱਕ ਦੀ ਉਪਾਸਨਾ ਕਰੋ। ਭੂਤਾਂ ਪ੍ਰੇਤਾਂ ਦੀ ਉਪਾਸਨਾ ਕਰਨ ਵਾਲਿਓ, ਤੁਹਾਡਾ ਜਨਮ ਭ੍ਰਸ਼ਟ ਹੋ ਜਾਊਗਾ। ਉਹ ਕਿਸ ਤਰ੍ਹਾਂ? ਸਹਿਬ ਪ੍ਰਮਾਣ ਕਰਦੇ, ਭੈਰੋ ਭੂਤ ਸੀਤਲਾ ਧਾਵੈ, ਖਰ ਬਾਹਨ ਉਛਾਰ ਉਡਾਵੈ। ਭੂਤਾਂ ਦੀ ਪੂਜਾ ਕਰਨ ਵਾਲਿਓ, ਬਾਬ ਰੋਲਿਆ ਵਾਂਗੂ ਤੁਸੀਂ ਉੜਦੇ ਫਿਰੋਗੇ, ਸਥਿਰ ਨਹੀਂ ਰਹੋਗੇ। ਹਉ ਤੋ ਏਕ ਰਮਈਆ ਲਹਿਓ, ਆਨ ਦੇ ਬਦਲਾਵਨ ਦੇਹੋ। शिव शिव करते जो नर ध्यावै, बद चरै डौरू डमकावै। शिव जी महाराज जिस तरह वो डगरू बजाउंदे बल ते चढ़ के तुरे फिरदे सी, इसे तरह तुसी भी तुरे फिरोगे। परमेश्वर की उपासना करो। जो मंगता नहीं है, दाता है। शिव शिव करते जो नर ध्यावै, बद चरै डौरू डमकावै। महामाई की पूजा करे, नरसै नार होए अवतरै। देवियां की पूजा करने वाले अगला जन्म इन्हां दा इस्त्री दा होऊगा। बाणी कहती है, मैं किसी नूं ला के नहीं कह रहा, क्योंकि गीता का उपदेश है। बाबे नामदेव ने गीता का उपदेश दसिया, महामाई की पूजा करे, नरसै नार होए उतरै। वो बंदे तो इस्त्रियां की जोनी विच आऊगा। तू कहियत है आद भवानी, मुक्त की बरिया कहाँ छपानी। वरता दे सकती है देवी, परंतु ਤੁਹਾਨੂੰ बख्श नहीं सकती, मोक्ष पदवी नहीं दे सकती। गुरमत राम नाम कहो बीता, परनवै नामा एओ कहे गीता। गीता का उपदेश बाबा नामदेव जी जिक्र करते हैं। ये गीता विच इस तरह लिखिया, एक परमेश्वर की आराधना छड्ड के मां ने उपदेश दिता, परमेश्वर आराध्य जिदू होइए पतत पुनीता। पुत्र, जे मैं धक्के खा रही है, तेनों भी पिता धक्के दे रहा है। ये परमेश्वर की आराधना नहीं की, परमेश्वर की पूजा नहीं की। एक जगह असी खड़े नहीं, स्थिर नहीं रहे। हुण भी जिहड़े गुरु दे सिख जां सुणन वाले एक जगह नहीं खड़नगे। अल्लाह राम वाहिगुरु गौर एक दे ही नाम। ये कोई वखरे रस्ते नहीं है, एक दे पास जाण वाले ही है। सब आपो अपने मतां नूं लगे हुए आ भी असीं वध तों वध ईसाई बनाइए, मुसलमान बनाइए। औरंगजेब वर्गे जनेऊ ला ला के लोगों को मुसलमान बनाते सी। नहीं, उत्ते धर्म जिहड़ा है वो इंसान का धर्म है। सतगुरु गुरु ग्रंथ साहब ये बंदे नूं, आदमी नूं बंदा बनाउंदा है। बंदे वाले काम कर, बंदा बंदगी इख्तियार, सहब रोस धरो के प्यार। रब दे नाल प्रेम कर, रब की उपासना, रब दे जितने भी जीव जंत हैं, मत शिकार खेड।
ਹੁਣ ਤਾਂ ਸਰਕਾਰਾਂ ਨੇ ਵੀ ਪਾਬੰਦੀਆਂ ਲਾਤੀਆਂ ਸ਼ਿਕਾਰ ਖੇਡਣ ਤੇ। ਜੀਵ ਜੰਤੂ ਨੂੰ ਪਾਲੋ। ਜਦੋਂ ਬੰਦਾ ਸ਼ੈਤਾਨ ਬੁੱਧੀ ਨਾਲ, ਅਸੀਂ ਉਸ ਨੂੰ ਜਿਹੜਾ ਬੰਦਾ ਇੱਕ ਦੂਜੇ ਨੂੰ ਬੇਵਕੂਫ ਬਣਾਵੇ, ਕਈ ਬੰਦੇ ਆਉਂਦੇ ਮੈਨੂੰ ਵੀ ਬੇਵਕੂਫ ਬਣਾ ਜਾਂਦੇ ਆ, ਮਗਰੋਂ ਜਦੋਂ ਫਿਰ ਮੈਂ ਬੈਠਾ ਹੁੰਦਾ ਮੈਂ ਹੱਸ ਕੇ ਗੱਲ ਕਰਦਾ ਹਾਂ, ਅਗਲੇ ਬੜਾ ਖੁਸ਼ ਹੋ ਗਿਆ ਤੇ ਮੈਂ ਇਹਨਾਂ ਨੂੰ ਬੇਵਕੂਫ ਬਣਾਤਾ। ਨਹੀਂ, ਕੂੜ ਨਖੁੱਟੈ ਨਾਨਕਾ ਓੜਕ ਸੱਚ ਰਹੀ, ਰਹਿਣਾ ਤਾਂ ਸੱਚ ਨਹੀਂ ਹੈ। ਸ਼ੈਤਾਨ ਬੁੱਧੀ, ਫਿਰ ਮਾਂ-ਬਾਪ ਕਹਿੰਦੇ ਵੀ ਇਹ ਬੜਾ ਬੱਚਾ ਸਮਾਰਟ ਹੈ, ਐਕਟਿਵ ਹੈ, ਕਿਉਂਕਿ ਹੇਰਾਫੇਰੀ ਕਰਨ ਸਿੱਖ ਗਿਆ। 2 ਰੁਪਏ ਦੀ ਚੀਜ਼ 4 ਰੁਪਏ ਦੇ ਵਿੱਚ ਵੇਚਦਾ। ਫੌਰਨ ਦਾ ਕੰਮ ਮੈਨੂੰ ਬਹੁਤ ਅੱਛਾ ਲੱਗਾ। ਬੜੇ ਬੜੇ ਜਿਹੜੇ ਮਾਲ ਆ ਉਹਨਾਂ ਦੇ ਵਿੱਚ ਇੱਕੋ ਰੇਟ ਆ, ਬੱਚਾ ਚਲਾ ਜਾਵੇ ਉਹਨੂੰ ਵੀ ਰੇਟ ਉਹੀ, ਬੁੱਢਾ ਚਲੇ ਗਿਆ ਉਹਨੂੰ ਵੀ ਉਹੀ। ਡਿਸਕਾਊਂਟ ਤਾਂ ਕਰ ਦੇਣਗੇ ਪਰ ਹੇਰਾਫੇਰੀ ਨਹੀਂ ਕਰਦੇ। ਹੁਣ ਕੋ ਸਿੱਖ ਗਏ ਕਿਉਂਕਿ ਸਾਡੇ ਲੋਕ ਉੱਥੇ ਬਹੁਤ ਚਲੇ ਗਏ। ਮੈਂ ਤਾਂ ਇੱਕੋ ਹੀ ਬੇਨਤੀ ਕਰਨੀ ਸੀ ਤੁਹਾਨੂੰ, ਤੁਸੀਂ ਗੁਰੂ ਨਾਨਕ ਦੇ ਉਪਦੇਸ਼ ਨੂੰ ਭੁੱਲ ਗਏ। ਇੱਕ ਓਅੰਕਾਰ ਦੀ ਭਾਸ਼ਾ ਜੋ ਏਕਾ ਹਿੰਸਾ ਮੂਹਰੇ ਲਾਇਆ ਗੁਰੂ ਨਾਨਕ ਨੇ, ਕਿਸ ਮਕਸਦ ਲਈ ਲਾਇਆ? ਗੁਰੂ ਨਾਨਕ ਦੇ ਚਰਨਾਂ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਬੈਠ ਸਕਦੇ ਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸਾਰਿਆਂ ਦੀ ਬਾਣੀ ਆ, ਦੇਖੋ ਸਹੀ ਪੜ੍ਹ ਕੇ। ਬਾਬਾ ਫਰੀਦ ਜੀ, ਉਹ ਜੇਕਰ ਰਾਮ ਅਕਸ਼ਰ ਆਪਾਂ ਕੱਢ ਦਈਏ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਵੱਡਾ, ਇਹ ਘਟ ਕੇ ਇੱਕ ਪੋਥੀ ਜਿੱਡਾ ਰਹਿ ਜੂ। ਰਾਮ ਅੱਖਰ ਜਿਹੜਾ ਹੈ ਜੇ ਵਿੱਚੋਂ ਕੱਢ ਦਈਏ, ਸਾਡੀ ਸੋਚਣੀ। ਹੁਣ ਗੁਰਦੁਆਰਿਆਂ ਵਿੱਚ 20 ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਏ ਆ, ਉਹ ਚੱਲ ਜਿਹਦੇ ਘਰੇ ਜਾਣਗੇ 4 ਪੈਸੇ ਲੈ ਕੇ ਹੀ ਆਉਣਗੇ। ਪਾਠੀ ਅਰਦਾਸ ਤੋਂ ਪਹਿਲਾਂ ਕਹਿੰਦਾ ਜੀ ਭੇਟਾ ਰੱਖ ਦਿਓ ਇੱਥੇ ਮੂਹਰੇ, ਫੇਰ ਅਰਦਾਸ ਕਰੋ। ਪਾਠ ਦੀ ਭੇਟਾ ਰੱਖੋ। ਜੇ ਰਾਗੀਆਂ ਨੂੰ ਖੁਦ ਲਈ ਨਾਲ ਤੁਸੀਂ ਉਹਦਾ ਪੈਸਾ ਦੇ ਦਿਓ, ਇਹ ਵੀ ਅੱਖਾਂ ਮੀਚ ਕੇ ਗੁਰੂ ਨਾਨਕ ਦੇ ਚਰਨਾਂ ਨਾਲ ਜੋੜਨ ਤੇ ਤੁਹਾਨੂੰ ਜੋੜਨ। ਤੁਸੀਂ ਤਾਂ ਇੱਕ ਲਾਗੀ ਬਣਾਤਾ ਵੀ ਮੰਗਤੇ ਆ, ਇਹਨਾਂ ਨੂੰ ਪੈਸੇ ਦੇ ਦਿਓ। ਗੁਰੂ ਕੇ ਹਜੂਰ ਕੀਰਤਨ ਹੁੰਦਾ ਹੋਵੇ, ਗੁਰੂ ਕੇ ਹਜੂਰ ਕੇ ਕੀਰਤਨ ਕਰਦੇ ਹੋਣ, ਮੰਗਤੇ ਆ। ਰੱਬ ਦੇ ਬੰਦੇ ਮੰਗਤੇ ਆ। ਸਾਡੀ ਸੋਚ ਗਲਤ ਹੋ ਗਈ, ਸ਼ੈਤਾਨ ਬੁੱਧੀ ਹੈ ਇਹ। ਜਿਤਨੀ ਦੇਰ ਤੱਕ ਸਾਡੇ ਬਿਨ ਸੰਤੋਖ ਨਹੀਂ ਕੋ ਰਾਜਾ, ਸੰਤੋਖ ਤੋਂ ਬਿਨਾਂ ਸੰਤੁਸ਼ਟੀ ਨਹੀਂ ਹੈ। ਜੇਕਰ ਸੰਤੁਸ਼ਟੀ ਨਹੀਂ ਹੈ ਤਾਂ ਤੁਹਾਨੂੰ ਫਿਰ ਰੱਜ ਨਹੀਂ ਆਉਣਾ। ਗ੍ਰਸਤੀ ਆਦਮੀ ਥੋੜੇ ਹੀ ਪੈਸਿਆਂ ਦੇ ਵਿੱਚ ਆਪਣਾ ਕਰ ਜਾਂਦਾ। ਮੇਰੀ ਬੇਨਤੀ ਨੂੰ ਮੰਨੋ, ਮੇਰੀ ਬੇਨਤੀ ਸਵੀਕਾਰ ਕਰੋ। ਇੱਕ ਅਕਾਲ ਪੁਰਖ ਦੀ, ਜਿਸ ਦੇ ਬਹੁਤ ਨਾਮ ਹਨ, ਨਿਰੰਕਾਰ ਵੀ ਕਹਿੰਦੇ ਆ, ਸਤਿ ਸ੍ਰੀ ਅਕਾਲ ਵੀ ਕਹਿੰਦੇ ਆ,
ਮੈਂ ਇੱਕ ਗਿਆਨੀ ਨੂੰ ਪੁੱਛਿਆ ਵੀ ਸਤਿ ਸ੍ਰੀ ਅਕਾਲ ਆਪਾਂ ਕਹਿ ਦਿੰਦੇ ਆਮ, ਇਹ ਕਿਹਨੇ ਬਣਾਇਆ? ਉਹਦਾ ਇਹ ਨਹੀਂ ਪਤਾ। ਮੈਂ ਕਿਹਾ ਗੁਰੂ ਨਾਨਕ ਨੇ ਇਹ ਸਤਿ ਸ੍ਰੀ ਅਕਾਲ ਗੁਰੂ ਨਾਨਕ ਨੇ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ। ਸਤਿ ਸ੍ਰੀ ਅਕਾਲ। ਪਰਮੇਸ਼ਰ ਦੇ ਕਈ ਨਾਮ ਹਨ। ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਪ ਸਾਹਿਬ ਦੇ ਵਿੱਚ ਕਈ ਨਾਵਾਂ ਨਾਲ ਪਰਮੇਸ਼ਰ ਨੂੰ ਸੰਬੋਧਨ ਕੀਤਾ। ਮੈਂ ਇੱਕ ਬੇਨਤੀ ਕਰਾਂ, ਦਸ਼ਮੇਸ਼ ਪਿਤਾ ਪ੍ਰਮਾਣ ਕਰਦੇ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਇਹ ਸੂਰਜ ਤੈਨੂੰ ਵੀ ਨਮਸਕਾਰ, ਕਿਉਂਕਿ ਤੂੰ ਮੇਰੇ ਪਰਮੇਸ਼ਰ ਦਾ ਬਣਾਇਆ ਹੋਇਆ ਹੈ। ਇਹ ਚੰਦਰਮਾ ਤੈਨੂੰ ਵੀ ਨਮਸਕਾਰ, ਜੇ ਤੂੰ ਨਾ ਹੋਵੇ ਤਾਂ ਬਨਸਪਤੀ ਦੇ ਵਿੱਚ ਫਲ ਨਾ ਪਵੇ। ਤੇਰੀ ਵੀ ਕੋਈ ਡਿਊਟੀ ਹੈ, ਤੂੰ ਮੇਰੇ ਮਾਲਕ ਦਾ ਬਣਾਇਆ ਹੋਇਆ ਹੈ। ਇੱਥੇ ਜੇ ਕਹਿ ਦਈਏ ਸੂਰਜ ਵੱਲ ਮੁੱਖ ਕਰਕੇ ਬੰਦਾ ਨਮਸਕਾਰ ਕਰ ਦੇਵੇ, ਚੰਦਰਮਾ ਨੂੰ ਨਮਸਕਾਰ ਕਰ, ਇਹ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਆ। ਇਹ ਕਲਗੀਧਰ ਦੇ ਬਚਨ ਨੂੰ ਮੰਨਦੇ ਨਹੀਂ, ਕਲਗੀਧਰ ਦੇ ਬਚਨ ਨੂੰ ਉਲਟਾਉਣ ਦੀ ਕੋਸ਼ਿਸ਼ ਕਰਦੇ ਆ। ਗੁਰੂ ਕੇ ਸਾਹਿਬਜ਼ਾਦੇ ਸੀ। ਦੇਖੋ ਗੁਰੂ ਸਾਹਿਬਾਂ ਨੇ ਹੁਕਮ ਕੀਤਾ, ਅਜੀਤ ਯੁੱਧ ਦੇ ਵਿੱਚ ਜਾਓ, ਯੁੱਧ ਕਰੋ। ਸਿਰ ਝੁਕਾ ਕੇ ਹੁਕਮ ਮੰਨਿਆ। ਛੋਟੇ ਭਾਈ ਜੁਝਾਰ ਸਿੰਘ ਨੇ, ਉਹਨਾਂ ਨੇ ਹੁਕਮ ਮੰਨਿਆ। ਅਸੀਂ ਤਾਂ ਕਲਗੀਧਰ ਦਾ ਹੁਕਮ ਮੰਨਣਾ। ਸਤਿਗੁਰੂ ਆਪਣੀ ਬਾਣੀ ਵਿੱਚ ਕਹਿੰਦੇ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਨਮਸਕਾਰ। ਨਮਸਕਾਰ ਤਾਂ ਆਪ ਤੋਂ ਵੱਡੇ ਨੂੰ ਕਿਸੇ ਨੂੰ ਵੀ ਕਰਨੀ ਕੋਈ ਮਾੜੀ ਨਹੀਂ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਤੁਹਾਡੇ ਕੋਲ ਡੰਡਾ ਤਾਂ ਨਹੀਂ ਮਾਰਦਾ ਜੇਕਰ ਤੁਸੀਂ ਨਮਸਕਾਰ ਨਾ ਕਰੋ। ਇਹ ਨਫ਼ਰਤ ਨਹੀਂ ਸਿਖਾਉਂਦਾ, ਇਹ ਪਿਆਰ ਸਿਖਾਉਂਦਾ ਹੈ। ਸਾਰੇ ਮਜ਼ਹਬਾਂ ਵਾਸਤੇ, ਹਰ ਇੱਕ ਜਾਤੀ ਵਾਸਤੇ, ਸਾਰੇ ਧਰਮਾਂ ਦਾ, ਸਾਰੀ ਜਾਤੀਆਂ ਦਾ ਇਹ ਸਾਂਝਾ ਹੈ। ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ, ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਬਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਭਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਏਕੋ ਹੈ ਭਈ ਏਕੋ ਹੈ, ਸਭ ਦਾ ਸਾਹਿਬ ਏਕੋ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਭ ਧਰਮਾਂ ਦਾ, ਸਭ ਜਾਤਾਂ ਦਾ ਸਾਂਝਾ ਹੈ। ਸਮਝਣ ਦੀ ਕੋਸ਼ਿਸ਼ ਕਰੋ ਕਿ ਸਾਡੇ ਮਾਲਕ ਦਾ ਉਪਦੇਸ਼ ਕੀ ਹੈ। ਪੜ੍ਹਨ ਬਾਰੇ ਨਹੀਂ ਕਿਹਾ ਹੋਇਆ ਵੀ ਇਹਨੂੰ ਪੜ੍ਹੀ ਜਾਓ ਪੜ੍ਹੀ ਜਾਓ ਪੜ੍ਹੀ ਜਾਓ, ਘੋਟੇ ਲਾਈ ਜਾਓ। ਮੰਨਣ ਬਾਰੇ ਕਿਹਾ, ਕਲਗੀਧਰ ਨੇ ਹੁਕਮ ਕੀਤਾ। ਮੰਨਣਾ ਕਿਸ ਤਰ੍ਹਾਂ? ਪ੍ਰਗਟ ਗੁਰਾਂ ਕੀ ਦੇ, ਪ੍ਰਗਟ ਗੁਰਾਂ ਕੀ ਦੇ ਕਰਕੇ ਮੰਨੋ। ਜੋ ਕਹਿ ਰਿਹਾ ਉਹ ਮੰਨੋ। ਗੁਰ ਕਹਾ ਸਾਕਾਰ ਕਮਾਓ। ਜੋ ਬਾਣੀ ਦੁਆਰਾ ਸਮਤ ਦਿੰਦੇ ਆ ਸਤਿਗੁਰੂ, ਕਿਤੇ ਨਫ਼ਰਤ ਦਾ ਲਫ਼ਜ਼ ਹੀ ਹੈ ਨਹੀਂਗਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹੋ, ਕਿਤੇ ਨਫ਼ਰਤ ਹੈ ਹੀ ਨਹੀਂ। ਸ਼ੈਤਾਨ ਨੂੰ ਪਾਸੇ ਕੀਤਾ, ਬੰਦੇ ਦੀ ਬੁੱਧੀ ਨੂੰ ਪਾਸੇ ਕੀਤਾ। ਆਪਣੀ ਮੱਤ ਛੱਡ ਦੇ, ਗੁਰੂ ਦੀ ਮੱਤ ਅਪਣਾ ਲਾ। ਇਹਨੂੰ ਕਹਿੰਦੇ ਗੁਰਮੱਤ। ਜਿਤਨੀ ਦੇਰ ਤੱਕ ਤੁਸੀਂ ਆਪਣੀ ਮੱਤ ਦੇ ਮਗਰ ਚੱਲੋਗੇ,
ਗੁਰੂ ਘਰ ਵੀ ਜਾਂਦੇ ਉੱਥੇ ਆਪਣੀ ਮੱਤ ਛੱਡ ਦਿਓ। ਸਾਨੂੰ ਗੱਲਾਂ ਹੀ ਉੱਥੇ ਫੁਰਦੀਆਂ। ਜਾਂ ਅਸੀਂ ਇੱਕ ਦੂਸਰੇ ਨੂੰ ਮਿਲਣ ਵਾਸਤੇ ਜਾਂਦੇ ਆ। ਗੁਰੂ ਘਰ ਤਾਂ ਹੈਗੇ ਆ ਰੱਬ ਨਾਲ, ਰੱਬ ਨੂੰ ਮਿਲਣ ਵਾਸਤੇ ਜਾਓ। ਗੁਰੂ ਘਰਾਂ ਦੇ ਵਿੱਚ, ਮੰਦਿਰਾਂ ਦੇ ਵਿੱਚ, ਮਸੀਤਾਂ ਦੇ ਵਿੱਚ ਜਾਣਾ ਜਾਂ ਚਰਚਾਂ ਦੇ ਵਿੱਚ ਜਾਣਾ ਕੋਈ ਪਾਪ ਨਹੀਂ ਹੈ। ਰੱਬ ਨੂੰ ਮਿਲਣ ਵਾਸਤੇ ਜਾਓ, ਰੱਬ ਦਾ ਪ੍ਰੇਮ ਲੈ ਕੇ ਜਾਓ। ਤੁਹਾਡਾ ਸੰਸਾਰ ਦੇ ਵਿੱਚ ਆਇਆ ਸਫਲਾ ਹੋਊਗਾ। ਜਪੋ ਧੰਨ ਸ੍ਰੀ ਗੁਰੂ ਨਾਨਕ, ਧੰਨ ਸ੍ਰੀ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਧੰਨ ਗੁਰੂ ਨਾਨਕ।